ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵੱਲੋਂ ਡਾਈਟੀਸ਼ੀਅਨ ਚਹਿਲ ਵੱਲੋਂ ਅੱਜ ਬੇਸਿਕਲੀ ਲਾਈਵ ਹੋਣ ਦਾ ਮਕਸਦ ਆ ਆਪਾਂ ਅੱਜ ਇੱਕ ਡਿਜ਼ੀਜ਼ ਬਾਰੇ ਗੱਲ ਕਰਾਂਗੇ ਫਰਦਰ। ਇਹ ਡਿਜ਼ੀਜ਼ ਦਾ ਨਾਮ ਮੇਰੀ ਇੰਟਰੋਡਕਸ਼ਨ ਤੋਂ ਬਾਅਦ ਓਬਵੀਅਸਲੀ ਆਪਾਂ ਸ਼ੁਰੂ ਕਰਾਂਗੇ। ਮੈਂ ਆਪਣੇ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਦੱਸਦਾ। ਮੈਂ 2016 'ਚ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਸੀ। ਆਫਟਰ ਕੰਪਲੀਟਿੰਗ ਮਾਈ ਮਾਸਟਰਸ ਇਨ ਹਿਊਮਨ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ, ਆਮ ਗੋਲਡ ਮੈਡਲਿਸਟ ਯੂਨੀਵਰਸਿਟੀ ਟॉपर। ਮੇਰੀ ਇੰਟਰਨਸ਼ਿਪ ਸ਼ਾਰਟ ਟਰਮ ਵੇ ਬੈਕ 2016 'ਚ ਪੀਜੀਆਈ ਚੰਡੀਗੜ੍ਹ ਤੋਂ ਰਹੀ ਆ। ਉਸ ਤੋਂ ਬਾਅਦ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ। ਮੇਰੀਆਂ ਦੋਨੋਂ ਟ੍ਰੇਨਿੰਗਸ ਪੀਜੀਆਈ ਤੋਂ ਹੀ ਸੀਗੀਆਂ ਅਤੇ 2016 ਤੋਂ ਲੈ ਕੇ 2020 ਤੱਕ ਇਹ ਕਾਫੀ ਲੰਬੀ ਜਰਨੀ ਰਹੀ ਅਤੇ ਇਸ ਜਰਨੀ ਦੇ ਵਿੱਚ ਕਾਫੀ ਵੇਟ ਲਾਸ ਸਟੋਰੀਜ਼ ਰਹੀਆਂ। ਬਹੁਤ ਸਾਰੇ ਕਲਾਇੰਟਸ ਨੇ, ਪੇਸ਼ੈਂਟਸ ਨੇ ਆਪਣੇ ਸ਼ੂਗਰ ਲੈਵਲਸ ਨੂੰ ਕੰਟਰੋਲ ਕੀਤਾ। ਥਾਇਰਾਇਡ ਨੂੰ ਬਹੁਤ ਜ਼ਿਆਦਾ ਕਲਾਇੰਟਸ ਨੇ ਥਾਇਰਾਇਡ ਦੇ ਡਿਜ਼ੀਜ਼ ਤੋਂ ਉਹ ਹੀਲ ਮਹਿਸੂਸ ਕੀਤਾ ਉਹਨਾਂ ਨੇ, ਅਤੇ ਜੋ ਵੀ ਸਿੰਪਟਮਸ ਉਹਨਾਂ ਨੂੰ ਇਸ ਬਿਮਾਰੀਆਂ ਵਿੱਚ ਆ ਰਹੇ ਸੀ ਡਾਈਟ ਦੇ ਥਰੂ ਆਪਾਂ ਉਹਨਾਂ ਨੂੰ ਹੀਲ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਬੇਸਿਕਲੀ ਜਿਹੜੀ ਆਪਾਂ ਡਿਜ਼ੀਜ਼ ਬਾਰੇ ਗੱਲ ਕਰਾਂਗੇ ਉਹ ਹੈਗਾ ਅਲਜ਼ਾਈਮਰਸ। ਇਹਨੂੰ ਬੇਸਿਕਲੀ ਡਿਮੈਂਸ਼ੀਆ ਵੀ ਕਹਿ ਦਿੰਦੇ ਆ, ਜਿਹਦੀ ਇੱਕ ਨਿਊਰੋ ਡੀਜਨਰੇਟਿਵ ਡਿਜ਼ੀਜ਼ ਆ ਜਿਹਦੇ ਵਿੱਚ ਬੇਸਿਕਲੀ ਆਪਾਂ ਚੀਜ਼ਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਆ। ਇਹਦਾ ਔਨਸੈਟ ਕਾਫੀ ਯੰਗ ਏਜ 'ਚ ਸ਼ੁਰੂ ਹੋ ਜਾਂਦਾ ਅਤੇ ਜਦੋਂ ਇਹ ਡਾਇਗਨੋਜ਼ ਹੋ ਜਾਂਦਾ ਤਾਂ ਲਾਈਫ ਐਕਸਪੈਕਟੈਂਸੀ ਨੀਅਰ ਅਬਾਊਟ 3 ਤੋਂ 10 ਸਾਲ ਦੀ ਰਹਿ ਜਾਂਦੀ ਆ। ਓਬਵੀਅਸਲੀ ਇਹ ਮੈਡੀਕਲ ਡਾਇਗਨੋਸਿਸ ਦੇ ਥਰੂ ਡਾਇਗਨੋਜ਼ ਹੁੰਦਾ। ਇਹਦਾ ਬੇਸਿਕ ਪ੍ਰਸਪੈਕਟਿਵ ਡਾਈਟ ਦੇ ਮਾਮਲੇ ਦੇ ਵਿੱਚ ਕਾਫੀ ਡਿਟੇਲਡ ਰਹਿੰਦਾ, ਬਟ ਇਹਨੂੰ ਕੁਝ ਪੁਆਇੰਟਸ 'ਚ ਆਪਾਂ ਇਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਵਿੱਚ ਬੇਸਿਕਲੀ ਮੋਰ ਦੈਨ 1 ਮਿਲੀਅਨ ਕੇਸਿਸ ਇੰਡੀਆ ਦੇ ਵਿੱਚ ਇੱਕ ਸਾਲ 'ਚ ਆਲਮੋਸਟ ਇਹ ਡਾਇਗਨੋਜ਼ ਹੁੰਦੇ ਨੇ ਅਤੇ ਇਹਨੂੰ ਇੱਕ ਮੈਡੀਕਲ ਡਾਇਗਨੋਸਿਸ ਦੇ ਥਰੂ ਹੀ ਡਾਇਗਨੋਜ਼ ਕੀਤਾ ਜਾਂਦਾ ਗਾ। ਇਹ ਬੇਸਿਕਲੀ ਇੱਕ ਜਰਮਨ ਸਾਈਕੈਟਰਿਸਟ ਜਿਹਦਾ ਕਿ ਨਾਮ ਐਲੋਇਜ਼ ਅਲਜ਼ਾਈਮਰਸ ਸੀਗਾ, ਉਹਦੇ ਨਾਮ 'ਤੇ ਇਸ ਡਿਜ਼ੀਜ਼ ਨੂੰ ਬੇਸਿਕਲੀ ਇਹਦਾ ਨਾਮ ਰੱਖਿਆ ਗਿਆ। ਇਹਦੇ ਮੇਨ ਕਾਜ਼ਜ਼ ਰਹਿੰਦੇ ਨੇ ਅਬਨੋਰਮਲ ਬਿਲਡਅਪ ਰਹਿੰਦਾ ਪ੍ਰੋਟੀਨ ਦਾ ਇਨ ਅਰਾਊਂਡ ਬ੍ਰੇਨ ਸੈਲਸ ਦੇ ਵਿੱਚ, ਅਤੇ ਵਨ ਆਫ ਦਾ ਮੇਨ ਜਿਹੜਾ ਪ੍ਰੋਟੀਨ ਇਨਵੋਲਵ ਰਹਿੰਦਾ ਉਹ ਹੈਗਾ ਅਰਮਾਇਲੋਇਡ ਡਿਪੋਜ਼ਿਟਸ। ਇਹਦੇ ਵਿੱਚ ਇਹ ਪਲੇਕਸ ਫਾਰਮ ਕਰ ਲੈਂਦੇ ਆ ਬ੍ਰੇਨ ਦੇ ਵਿੱਚ, ਅਤੇ ਜਿਹਦੇ ਕਰਕੇ ਟੈਂਗਲਸ ਸੈਕੰਡ ਪ੍ਰੋਟੀਨ ਜਿਹਨੂੰ ਕਿ ਟਾਓ ਦਾ ਨਾਮ ਦਿੱਤਾ ਜਾਂਦਾ, ਉਹ ਟੈਂਗਲਸ ਵਿਦਿਨ ਦੀ ਬ੍ਰੇਨ ਸੈਲਸ ਅਪਡੇਟ ਹੋ ਜਾਂਦੇ ਨੇ। ਡਿਫਰੈਂਟ ਟਾਈਪਸ ਜਿਹੜੀਆਂ ਹੈਗੀਆਂ ਇਹਦੀਆਂ ਬੇਸਿਕਲੀ ਉਹ 7 ਡਿਫਰੈਂਟ ਟਾਈਪਸ ਆ, ਜਿਹਦੇ ਵਿੱਚ ਇਹ ਨਾਨ ਡਿਟੈਕਟੇਬਲ ਵੀ ਰਹਿੰਦਾ। ਸਟੇਜ 2 'ਚ ਇਹ ਵੈਰੀ ਮਾਈਲਡ ਡਿਕਲਾਈਨ ਰਹਿੰਦਾ, ਸਟੇਜ 3 'ਚ ਮਾਈਲਡ ਡਿਕਲਾਈਨ, ਸਟੇਜ 4 'ਚ ਮੋਡਰੇਟ ਡਿਕਲਾਈਨ ਰਹਿੰਦਾ, 5ਵੀਂ ਸਟੇਜ 'ਚ ਸਵੀਅਰ ਟੂ ਮੋਡਰੇਟ ਡਿਕਲਾਈਨ ਰਹਿੰਦਾ, 6ਵੀਂ 'ਚ ਸਵੀਅਰ ਡਿਕਲਾਈਨ ਰਹਿੰਦਾ, ਅਤੇ 7th ਸਟੇਜ 'ਚ ਵੈਰੀ ਸਵੀਅਰ ਡਿਕਲਾਈਨ ਰਹਿੰਦਾ। ਅਲਜ਼ਾਈਮਰਸ ਦੇ ਵਿੱਚ ਕੋਕੋਨਟ ਆਇਲ ਦਾ ਜਿੱਥੇ ਕਿ ਡਾਈਟ ਦਾ ਮੇਜਰ ਰੋਲ ਆ ਜਾਂਦਾ। ਕੋਕੋਨਟ ਆਇਲ ਦਾ ਇੱਕ ਹਾਇਰ ਲੈਵਲ ਦਾ ਪ੍ਰੋਟੀਨ ਜਿਹਨੂੰ ਕਿ ਆਪਾਂ ਅਸਾਈਡ ਆਇਲ ਕਲੋਰੈਂਟੇਰੀਆ ਵੀ ਕਹਿ ਦਿੰਦੇ ਆ, ਇਹ ਇੱਕ ਬੇਸਿਕ ਪ੍ਰੋਟੀਨ ਫਾਰਮੇਸ਼ਨ ਦੇ ਰੂਪ ਵਿੱਚ ਹੈਗਾ। ਕੋਕੋਨਟ ਆਇਲ ਦੀ ਕੋਈ ਡਾਇਰੈਕਟ ਸਟੱਡੀ ਹਜੇ ਤੱਕ ਪਬਲਿਸ਼ ਨਹੀਂ ਹੋਈ, ਬਟ ਜਿੰਨੀਆਂ ਵੀ ਸਟੱਡੀਜ਼ 'ਚ ਕੋਕੋਨਟ ਆਇਲ ਦਾ ਰੋਲ ਆਇਆ ਉਹ ਕਾਫੀ ਐਕਸਾਈਟਿੰਗ ਰੋਲ ਰਿਹਾ ਹੈ। ਕੋਕੋਨਟ ਆਇਲ ਬੇਸਿਕਲੀ MCTs ਨੂੰ ਬ੍ਰੇਕ ਡਾਊਨ ਕਰਦਾ ਕੀਟੋਨਸ ਦੇ ਵਿੱਚ, ਅਤੇ ਜਿਹਦੇ ਕਰਕੇ ਕੰਜ਼ਿਊਮਿੰਗ ਕੋਕੋਨਟ ਆਇਲ ਦੇ ਵਿੱਚ ਆਪਾਂ ਇੱਕ ਟੈਂਪਰੇਰੀ ਸਟੇਟ ਆਫ ਹਾਈਪਰ ਕੀਟੋਨੋਰੀਆ ਦੇ ਵਿੱਚ ਆ ਜਾਂਦੇ, ਵੇਅਰ ਕੀਟੋਨ ਬੋਡੀਜ਼ ਇਨ ਦਾ ਬਲੱਡ ਦੇ ਵਿੱਚ ਐਲੀਵੇਟ ਹੋਣੀਆਂ ਸ਼ੁਰੂ ਹੋ ਜਾਂਦੀ ਆ। ਅਤੇ ਨਾਲੋਂ ਨਾਲ ਜੇ ਦੇਖਿਆ ਜਾਵੇ ਤਾਂ ਟਰਮਰਿਕ ਹਲਦੀ ਦਾ ਵੀ ਇਹ 'ਚ ਕਾਫੀ ਮੇਜਰ ਰੋਲ ਰਹਿੰਦਾ। ਤਾਂ ਇਹ ਬਿਲਕੁਲ ਡਿਕਲਾਈਨ ਨਹੀਂ ਕੀਤਾ ਜਾ ਸਕਦਾ ਕਿ ਕੋਕੋਨਟ ਆਇਲ ਅਤੇ ਹਲਦੀ ਕਾਫੀ ਹੱਦ ਤੱਕ ਅਲਜ਼ਾਈਮਰ ਦੇ ਪੇਸ਼ੈਂਟਸ ਦੇ ਵਿੱਚ ਪ੍ਰੋਗਰੈਸਿਵ ਸਟੇਜ ਨੂੰ ਕਿਸੇ ਹੱਦ ਤੱਕ ਰੋਕ ਕੇ ਰੱਖਦੇ ਆ। ਅਤੇ ਡਾਈਟੀਸ਼ੀਅਨ ਮੇਰਾ ਇਹ ਮੰਨਣਾ ਵੀ ਜੇ ਕੋਕੋਨਟ ਆਇਲ ਦਾ ਅਤੇ ਹਲਦੀ ਦਾ ਟਰਮਰਿਕ ਦਾ ਆਪਾਂ ਬੇਸਿਕ ਯੂਜ਼ ਕਰਾਂਗੇ ਤਾਂ ਅਲਜ਼ਾਈਮਰ ਦੀ ਬਿਮਾਰੀ ਤੋਂ, ਜਿਹਦੇ ਵਿੱਚ ਆਪਾਂ ਚੀਜ਼ਾਂ ਨੂੰ ਭੁੱਲਦੇ ਹਾਂ, ਮੂਡ ਸਵਿੰਗਸ ਹੁੰਦੇ ਨੇ, ਡਿਫਰੈਂਟ ਚੀਜ਼ਾਂ ਨੂੰ ਆਪਾਂ ਬੇਸਿਕਲੀ ਰੂਟੀਨ ਲਾਈਫ ਦੇ ਵਿੱਚ ਆਪਾਂ ਭੁੱਲਣਾ ਸ਼ੁਰੂ ਕਰ ਦਿੰਦੇ ਹਾਂ, ਆਪਣੀ ਮੈਮਰੀ ਪੂਅਰ ਹੋ ਜਾਂਦੀ ਹੈ, ਜਿਹਦੇ ਕਰਕੇ ਆਪਣੀ ਰੂਟੀਨ ਲਾਈਫ 'ਤੇ ਕਾਫੀ ਅਸਰ ਜਾਂਦਾ, ਉਹਨੂੰ ਕਾਫੀ ਹੱਦ ਤੱਕ ਆਪਾਂ ਠੀਕ ਕਰ ਸਕਦੇ ਹਾਂ। ਓਬਵੀਅਸਲੀ ਇਹਦੇ ਵਿੱਚ ਆਮਲੇ ਦਾ ਬਹੁਤ ਮੇਜਰ ਰੋਲ ਰਹਿੰਦਾ। ਔਲਾ, ਪੰਜਾਬੀ ਦੀ ਕਹਾਵਤ ਆ ਔਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ 'ਚ ਪਤਾ ਲੱਗਦਾ। ਮੈਂ ਆਪਣੇ ਆਪ ਨੂੰ ਸਿਆਣਾ ਨਹੀਂ ਕਹਿ ਰਿਹਾ, ਬਟ ਬੇਸਿਕਲੀ ਔਲੇ ਦਾ ਰੋਲ ਵੀ ਡਿਮੈਂਸ਼ੀਆ ਜਾਂ ਅਲਜ਼ਾਈਮਰ ਡਿਜ਼ੀਜ਼ 'ਚ ਬਹੁਤ ਹੱਦ ਤੱਕ ਵਧੀਆ ਰਹਿੰਦਾ। ਓਬਵੀਅਸਲੀ ਬਹੁਤ ਸਾਰੇ ਡਾਈਟਰੀ ਮੈਜਰਸ ਨਾਲੋਂ ਨਾਲ ਚੱਲਣੇ ਚਾਹੀਦੇ, ਬਟ ਬੇਸਿਕ ਜਿਨ੍ਹਾਂ ਦਾ ਤਿੰਨਾਂ ਦਾ ਰੋਲ ਦੇਖਿਆ ਗਿਆ ਉਹ ਹੈਗਾ ਕੋਕੋਨਟ ਆਇਲ, ਸੈਕਿੰਡ ਵਨ ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਆ ਹਲਦੀ, ਟਰਮਰਿਕ ਐਂਟੀਸੈਪਟਿਕ ਦਾ ਕੰਮ ਵੀ ਕਰਦੀ ਹੈ, ਅਤੇ ਥਰਡ ਆ ਬੇਸਿਕਲੀ ਆਪਣਾ ਔਲਾ। ਐਲਮੰਡਸ ਤੇ ਵਾਲਨਟ, ਬਦਾਮ ਤੇ ਅਖਰੋਟ ਨੂੰ ਜੇ ਆਪਾਂ ਰੂਟੀਨ ਦੇ ਵਿੱਚ ਖਾਈਏ ਤਾਂ ਇਹਦਾ ਕਾਫੀ ਮੇਜਰ ਰੋਲ ਹੁੰਦਾ ਬ੍ਰੇਨ ਸੈਲਸ ਨੂੰ ਫਾਰਮੇਟ ਕਰਨ ਦੇ ਵਿੱਚ। ਥੈਂਕ ਯੂ।